ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਤਹਿਸੀਲ ਕੰਪਲੈਕਸ ਜੀਰਾ ਵਿਖੇ ਵਿਸ਼ਵਾਸਘਾਤ ਦਿਵਸ ਮਨਾਇਆ ਗਿਆ। ਇਸ ਮੌਕੇ ਜਿੱਥੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ, ਉੱਥੇ ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਿਸ਼ਵਾਸਘਾਤ ਸੰਬੰਧੀ ਜੰਮ ਕੇ ਭੜਾਸ ਕੱਢੀ ਗਈ। ਆਓ ਦੇਖਦੇ ਹਾਂ ਇਸ ਮੌਕੇ ਤੇ ਕਿਸਾਨ ਆਗੂਆਂ ਵੱਲੋਂ ਹੋਰ ਕੀ ਤਕਰੀਰਾਂ ਕੀਤੀਆਂ ਗਈਆਂ। जमा के देखांगे, मंग मंग के वेख लिया, जोर जमा के देखांगे। ये सरकारां करदियां की, ये सरकारां करदियां की, फेरा फेरी 420, फेरा फेरी चक देंगे, दौड़ ते गोडा रख देंगे, फेरा फेरी चक देंगे, दौड़ ते गोडा रख देंगे। की करनगे जेलां ठाणे, हड़ वधदे जाणे। ਇਹ ਜਿਹੜੀ ਸਰਕਾਰ ਹੈਂਕੜ ਸਰਕਾਰ ਨੂੰ ਆਪਾਂ ਨਵਾ ਕੇ ਦਿੱਲੀ ਆਏ ਹਾਂ, ਉਹਨੇ ਕੁਛ ਆਪਣੇ ਨਾਲ ਵਾਅਦੇ ਕੀਤੇ ਸੀ। ਉਹ ਵਾਅਦੇ ਕਿਹੜੇ ਸੀ? ਇੱਕ MSP ਤੇ 5 ਮੈਂਬਰੀ ਕਮੇਟੀ ਬਣਾ ਕੇ ਤੇ ਇਹ ਬਹਾਲ ਕੀਤੀ ਜਾਊਗੀ। ਜਿਹੜੀ 25 ਤਰੀਕ ਨੂੰ ਗਏ ਸੀ ਆਪਣੇ 5, ਉਹਨੇ ਅੱਗੋਂ ਸਰਕਾਰ ਨੇ 5 ਆਪਦੇ ਨਹੀਂ ਦਿੱਤੇ, ਉਹ ਜਥੇਬੰਦੀ ਆਪਣੇ ਵਾਪਸ ਆ ਗਏ ਨੇ। ਇਸ ਕਰਕੇ ਵੀਰੋ, ਇੱਕ ਲਖੀਮਪੁਰ ਖੀਵੀ ਜਿਹੜਾ ਕਾਂਡ ਹੋਇਆ, ਉਹਨਾਂ ਬੰਦਿਆਂ ਨੂੰ ਜੇਲ੍ਹ ਦੇਣ ਦੀ ਬਜਾਏ ਜਿਹੜੇ ਆਪਣੇ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਉਲਟ ਪਰਚੇ ਕਰਤੇ ਆ। ਤੀਜੀ ਮੰਗ ਵੀਰੋ, ਜਿਹੜੇ ਹੁੰਦੇ ਆਪਣੇ ਉਹਨਾਂ ਦੇ ਸ਼ਹੀਦਾਂ ਦੇ ਪਰਿਵਾਰ ਨੂੰ ਨੌਕਰੀ ਦੇਣ ਲਈ ਨਾਲ ਮੁਆਵਜ਼ਾ ਦੇਣ ਲਈ ਮੰਨੀ ਸਰਕਾਰ ਹੀ, ਉਹ ਵੀ ਨਹੀਂ ਬਹਾਲ ਕੀਤਾ। ਇੱਕ ਵੀਰੋ, ਜਿਹੜੇ 400 ਤੋਂ ਵੱਧ ਹਰਿਆਣਾ ਯੂਪੀ ਦੇ ਵਿੱਚ ਪਰਚੇ ਹੋਏ ਨੇ ਕਿਸਾਨਾਂ ਦੇ, ਉਹ ਵੀ ਵੀਰੋ ਇਹ ਮੰਨੇ ਹੀ ਵੀ ਪਰਚੇ ਰੱਦ ਕਰਾਂਗੇ ਨਾ, ਉਹ ਵੀ ਨਹੀਂ ਕੀਤੇ। ਇਸ ਕਰਕੇ ਸੰਯੁਕਤ ਮੋਰਚੇ ਵੱਲੋਂ ਕਾਲ ਆਈ। ਇਹ ਉਹਨਾਂ ਕਿਹਾ ਵੀ ਤਹਿਸੀਲਾਂ ਦੇ ਡੀਸੀਆਂ ਦੇ ਜਾ ਕੇ ਮੋਹਰੇ ਪੁਤਲੇ ਫੂਕਣੇ ਮੋਦੀ ਦੇ। ਇਹਨਾਂ ਵਿਸ਼ਵਾਸਘਾਤ ਕੀਤਾ ਏ। ਇਹ ਜਿਹੜੇ ਅੱਜ ਪ੍ਰੋਗਰਾਮ ਆਪਾਂ ਲਿਖਿਆ ਸੀ ਤੇ ਲੱਗੇ ਲਾਉਣ, ਇਹ ਵਿਸ਼ਵਾਸਘਾਤ ਆ ਜੀ। ਵਿਸ਼ਵਾਸਘਾਤ ਕਰਕੇ ਆਪਾਂ ਜਿਹਨਾਂ ਮੋਦੀ ਦੇ ਪੁਤਲੇ ਫੂਕਾਂਗੇ, ਨਾਲ ਇਹਦਾ ਪਿੱਟ ਸਿਆਪਾ ਕਰਾਂਗੇ। ਕਈ ਵੀਰ ਸਵਾਲ ਕਰਦੇ ਆ ਵੀ ਤੁਹਾਡੇ ਜਿਹੜੇ ਬਿੱਲ ਸੀ ਉਹ ਤਾਂ ਰੱਦ ਹੋ ਗਏ ਨੇ ਤੇ ਤੁਸੀਂ ਹੁਣ ਕਦੋਂ ਕਰਦੇ ਆ? ਵੀਰੋ, ਅਸੀਂ ਅੱਗੇ ਵੀ ਇਹ ਗੱਲ ਕਹਿ ਚੁੱਕੇ ਆ ਵੀ ਨਾ ਤਾਂ ਕੋਈ ਸਾਡਾ ਦਿੱਲੀ ਦਾ ਜਿਹੜਾ ਧਰਨਾ ਸੀ ਪਹਿਲਾ ਤੇ ਨਾ ਸਾਡਾ ਆਖਰੀ ਏ। ਸਾਡਾ ਤੇ ਜ਼ਿੰਦਗੀ ਭਰ ਦੇ ਨੇ ਕੰਮ ਚੱਲੀ ਜਾਣੇ, ਧਰਨੇ ਲਾਉਣੇ ਹੀ ਪੈਣੇ ਆ। ਕਿਉਂ ਸਰਕਾਰਾਂ ਨੇ ਜਿਹੜੀਆਂ ਇਹ ਆਪਦੀ ਚਾਲ ਚੱਲਦੀਆਂ ਤੇ ਕਿਸਾਨ ਮਸਾਂ ਜਾਗਰੂਕ ਹੋਇਆ, ਇਹ ਆਪਦੀ ਚਾਲ ਵੀ ਚੱਲਣਗੇ ਨਾਲ ਹੀ। ਅਸੀਂ ਇਹ ਵੀ ਕਵਾਂਗੇ ਵੀ ਜੇ ਇਹਨੇ ਨਾ ਰੱਦ ਕੀਤੇ ਪਰਚੇ, ਜਿਹੜੇ 400 ਤੋਂ ਵੱਧ ਆ, ਜਿਹੜੇ ਸਾਡੇ ਮੰਨੀਆਂ ਮੰਗਾਂ ਨਾ ਨੇ ਪੂਰੀਆਂ ਕੀਤੀਆਂ, ਤੇ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੋਂ ਵੀ ਵਧੇਗਾ। ਇਹ ਨਹੀਂ ਵੀ ਉਹ ਦਿੱਲੀ ਜੇ ਉੱਠ ਕੇ ਆ ਗਏ ਆ ਤਾਂ ਅਸੀਂ ਉੱਥੋਂ ਧਰਨਾ ਬੰਦ ਕਰ ਰਹੇ ਆ, ਅਸੀਂ ਡਿਲੇ ਕਰਕੇ ਉੱਠ ਕੇ ਆਏ ਆ, ਕੋਈ ਧਰਨਾ ਖਤਮ ਨਹੀਂ ਕਰਕੇ ਆਏ। ਇਸ ਕਰਕੇ ਵੀਰੋ, ਇਹ ਜਾਗਰੂਕ ਰਹਿਣਾ ਹੈ, ਜ਼ਰੂਰੀ ਰਹਿਣਾ ਪੈਣਾ ਹੈ। ਤੇ ਜਿਹੜੀ ਪੰਜਾਬ ਗੌਰਮੈਂਟ ਆ ਉਹਦੇ ਨਾਲ ਆਪਾਂ ਨੂੰ ਨੇਤੀਏ ਰੌਲਾ ਰਹਿਣਾ ਹੀ ਉਹਨਾਂ ਨਾਲ। ਬਾਕੀ ਵੀਰੋ ਵੇਖੋ, ਤੁਸੀਂ ਇਹ ਗੱਲ ਨੂੰ ਯਾਦ ਰੱਖੋ, ਸੋਚੋ। ਅਸੀਂ ਮੀਟਿੰਗ ਕੀਤੀ ਸੂਬੇ ਦੀ, ਉਹਦੇ ਵਿੱਚ ਵੀ ਪ੍ਰੈਸ 'ਚ ਵੀ ਦਿੱਤਾ ਹੈ ਵੀ ਜੇ ਹੁਣ ਆਉਣ ਵਾਲੀ 1 ਤਰੀਕ ਨੂੰ ਸਕੂਲ ਕਾਲਜ ਨਾ ਖੋਲੇ ਸਰਕਾਰ ਨੇ, ਤੇ ਅਸੀਂ ਇਹਦੇ ਵਾਸਤੇ ਵੀ ਸੰਘਰਸ਼ ਵਿੱਢਾਂਗੇ। ਵੇਖੋ, ਕਰੋਨਾ ਹੈ, ਤੁਹਾਡੀਆਂ ਰੈਲੀਆਂ 'ਚ ਕਰੋਨਾ ਨਹੀਂ ਆਉਂਦੀ, ਤੁਹਾਡੇ ਵੱਡੇ ਵੱਡੇ ਦਫ਼ਤਰਾਂ 'ਚ ਕਰੋਨਾ ਨਹੀਂ ਆਉਂਦੀ, ਤੇ ਸਕੂਲਾਂ ਦੇ ਵਿੱਚ ਕਰੋਨਾ ਜ਼ਿਆਦੀ ਆ। ਵੀਰੋ, ਇਹਨਾਂ ਸਕੂਲ ਜਾਣਬੁੱਝ ਕੇ ਜਿਹੜੀ ਆਪਣੀਆਂ ਜਾਣਬੁੱਝ ਕੇ ਬੰਦ ਕੀਤੇ ਹੋਏ ਨੇ। ਕੋਈ ਇਹਨਾਂ ਨੂੰ ਇਹੋ ਜਿਹਾ ਨਹੀਂਗਾ ਵੀ ਜੇ ਆਖੋ ਵੀ ਇਹਨਾਂ ਨੇ ਆਪਣੀ ਸਹਾਇਤਾ ਵਾਸਤੇ ਨਹੀਂਗਾ, ਸਿਰਫ ਆਪਣੀ ਅਨਪੜ੍ਹਤਾ ਕਰਨ ਵਾਸਤੇ ਆ। ਵੇਖੋ ਵੀਰੋ, ਕਈ ਮੋਬਾਈਲ ਤੇ ਬੱਚੇ ਇਹਨਾਂ ਨੇ ਉਹ ਵਿਗਾੜਤੇ ਜਿਨ੍ਹਾਂ ਨੂੰ ਘਰੇ ਮਾਂ-ਪਿਓ ਮੋਬਾਈਲ ਲੈ ਕੇ ਦਿੰਦਾ ਨਹੀਂ ਸੀ, ਉਹ ਮਜਬੂਰੀ ਖਾਤਰ ਮੋਬਾਈਲ ਲੈ ਕੇ ਦੇਣਾ ਪਿਆ ਤੇ ਬੱਚੇ ਮੋਬਾਈਲ ਤੇ ਗੇਮਾਂ ਖੇਡਣ ਲੱਗੇ ਨੇ। ਉਲਟ ਬੰਨੇ ਚੱਲ ਪਈ ਆ ਖੇਡ, ਖਰਾਬ ਕਰਨ ਰਹੇ ਨੇ। ਇਸ ਕਰਕੇ ਵੀਰੋ, ਆਪਣਾ ਵੀ ਐਲਾਨ ਆ ਵੀ ਜੇ ਕਿਤੇ 1 ਤਰੀਕ ਨੂੰ ਕਾਲਜ ਸਕੂਲ ਨਾ ਖੋਲੇ ਤੇ
ਇਹਦੇ ਤੇ ਵੀ ਸੰਘਰਸ਼ ਵਿੱਢਾਂਗੇ। ਅਸੀਂ ਅਖਬਾਰ 'ਚ ਵੀ ਦਿੱਤਾ ਸੀ, ਅੱਜ ਵੀ ਅਖਬਾਰ ਦੇ ਵਿੱਚ ਲੈ ਕੇ ਜਾਵਾਂਗੇ। ਪਰ ਜੇ ਇਹਨਾਂ ਨੇ ਨਾ ਕੀਤਾ, CID ਸੁਣਦੀ ਆ, ਇੰਟੈਲੀਜੈਂਸੀ ਸੁਣਦੀ ਆ, ਇਸ ਗੱਲ ਨੂੰ ਚੇਤਾਵਨੀ ਆ। ਇਹ ਨਾ ਕਹਿਣ ਵੀ ਨਹੀਂ। ਹਾਂਜੀ ਭਾਊ ਜੀ, ਸਭ ਕਿਸਾਨ ਨੇ, ਸਭ ਕਿਸਾਨ ਤਿਆਰ ਨੇ, ਪਰ ਇਹ ਜ਼ਰੂਰ ਹੈ ਜੇ ਕੋਈ ਆਂਦਾ ਮਾਂ ਪਿਓ ਉਹ ਆਪਦਾ ਬੱਚਾ ਨਾ ਘੱਲੇ, ਪਰ ਸਕੂਲ ਜ਼ਰੂਰ ਹੀ ਖੋਲਾਂਗੇ। ਅੱਜ ਜਥੇਬੰਦੀਆਂ ਨੇ ਕਈਆਂ ਨੇ ਸਕੂਲਾਂ ਦੇ ਵਿੱਚ ਕਰ ਵੀ ਦਿੱਤਾ ਹੈ। ਇਹ ਕਰਕੇ ਵੀਰੋ ਤੁਸੀਂ ਲੇਟ ਤੁਹਾਡਾ ਧੰਨਵਾਦ ਆ ਜਾ ਕੇ ਸੈੱਟ ਕਰ ਜਿਹੜੇ ਤੁਸੀਂ ਕਾਲ ਤੇ ਆਏ ਆ। ਆਜੋ ਆਜੋ। ਮੈਂ ਹੁਣ ਬੇਨਤੀ ਕਰਾਂਗਾ 10 ਮਿੰਟ ਵਾਸਤੇ ਤਰਸੇਮ ਸਿੰਘ ਜੀ ਸਾਡਾ ਜ਼ੋਨ ਪ੍ਰਧਾਨ ਚੋਲਾ ਉਹ ਲਾਉਣਗੇ ਜੀ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਭਰਾਵੋ, ਜਿਵੇਂ ਕਿ ਪ੍ਰਧਾਨ ਜੀ ਹੋਰਾਂ ਤੁਹਾਨੂੰ ਸਾਰੀ ਡਿਟੇਲ ਦੇ ਨਾਲ ਅੱਜ ਦੇ ਧਰਨੇ ਦੀ ਸੰਖੇਪ ਜਾਣਕਾਰੀ ਦਿੱਤੀ ਆ, ਕਿਉਂਕਿ 1 ਸਾਲ ਦਿੱਲੀ ਦੀਆਂ ਬਰੂਹਾਂ ਤੇ ਬਹਿਣ ਤੋਂ ਬਾਅਦ ਕਿਸਾਨ ਸੰਯੁਕਤ ਮੋਰਚਾ ਜਿਹੜਾ ਉਹ ਸਸਪੈਂਡ ਕੀਤਾ ਗਿਆ ਸੀ। ਉਹ ਵਾਅਦਾ ਤੇ ਜੇ ਸਰਕਾਰ ਖਰੀ ਨਹੀਂ ਉਤਰਦੀ ਤੇ ਦੁਬਾਰਾ ਫਿਰ ਇਹ ਜਿਹੜੇ ਸੰਘਰਸ਼ ਇਸ ਤਰ੍ਹਾਂ ਦੇ ਵਿੱਢੇ ਜਾ ਸਕਦੇ ਆ। ਤੇ ਇਹ ਜਿਹੜੇ ਸੰਘਰਸ਼ ਆ ਪੂਰੇ ਇੰਡੀਆ ਲੈਵਲ ਤੇ ਅੱਜ ਵੀ ਚੱਲ ਰਹੇ ਆ, ਕਿਉਂਕਿ ਜਿੱਥੇ ਜਿੱਥੇ ਕਿਸਾਨ ਜਥੇਬੰਦੀਆਂ ਸਰਗਰਮ ਸੰਯੁਕਤ ਮੋਰਚੇ ਦੀਆਂ ਅੱਜ ਵੀ ਮੀਟਿੰਗਾਂ ਉੱਥੇ ਹੁੰਦੀਆਂ ਤੇ ਸੰਯੁਕਤ ਮੋਰਚੇ ਦੀ ਕਾਲ ਤੇ ਅੱਜ ਦਾ ਇਹ ਧਰਨਾ ਜਿਹੜਾ ਆਪਾਂ ਲਿਖਿਆ, ਕਿਉਂਕਿ ਜਦੋਂ ਉੱਥੋਂ ਸੰਯੁਕਤ ਮੋਰਚਾ ਸਸਪੈਂਡ ਕੀਤਾ ਗਿਆ ਸੀ ਤਾਂ ਕੇਂਦਰ ਸਰਕਾਰ ਨੇ ਸਾਡੇ ਨਾਲ ਕੁਝ ਲਿਖਤੀ ਵਾਅਦੇ ਕੀਤੇ ਸੀ, ਜਿਨ੍ਹਾਂ ਵਿੱਚ ਪ੍ਰਮੁੱਖ ਸੀ ਕਿ ਕਿਸਾਨਾਂ ਦੇ ਜਿਹੜੇ ਝੂਠੇ ਪਰਚੇ ਕੀਤੇ ਉਹ ਰੱਦ ਕਰਨੇ, ਲਖੀਮਪੁਰ ਖੇੜੀ ਦੇ ਸ਼ਹੀਦਾਂ ਨੂੰ ਬਣਦਾ ਉਹਨਾਂ ਦੇ ਮੁਆਵਜ਼ਾ ਦੇਣਾ ਤੇ ਉਹਨਾਂ ਦੇ ਜਿਨ੍ਹਾਂ ਲੋਕਾਂ ਨੇ ਅਤਿਆਚਾਰ ਕੀਤਾ ਉਹਨਾਂ ਦੇ ਪਰਚੇ ਦਰਜ ਕਰਾਉਣੇ। ਪਰ ਸਰਕਾਰ ਉਹਨਾਂ ਸਾਰੇ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਰਹੀ ਆ, ਬਜਾਏ ਉੱਥੋਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਝੂਠੇ ਕਿਸਾਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਅੰਦਰ ਸੁੱਟਿਆ। ਤੇ ਅੱਜ ਦਾ ਜਿਹੜਾ ਦਿਨ 31 ਜਨਵਰੀ ਦਾ ਜਿਹੜਾ ਦਿਨ ਆ ਉਹਨੂੰ ਵਿਸ਼ਵਾਸਘਾਤ ਦਿਵਸ ਵਜੋਂ ਮਨਾਇਆ ਜਾ ਰਿਹਾ ਤੇ ਸਮੁੱਚੇ ਪੰਜਾਬ ਲੈਵਲ ਤੇ ਜਿਹੜੇ DC ਦਫ਼ਤਰਾਂ ਅੱਗੇ, ਜਿਹੜਾ ਹੈੱਡਕੁਆਟਰ ਅੱਗੇ ਜਿਹੜੇ ਧਰਨੇ ਦੇ ਕੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਆ। ਕਿੱਥੇ ਜੇ ਜਿੰਨਾ ਚਿਰ ਸਰਕਾਰਾਂ ਕਰਜ਼ਾ ਦੇ ਨਾਲ ਵਿਸ਼ਵਾਸਘਾਤ ਕਰਦੀਆਂ ਰਹਿਣਗੀਆਂ, ਲੋਕਾਂ ਦੀਆਂ ਹੱਕੀ ਮੰਗਾਂ ਤੇ ਉਹ ਪਹਿਰਾ ਨਹੀਂ ਦੇਣਗੀਆਂ, ਤਾਂ ਉਹਨਾਂ ਚਿਰ ਜਿਹੜੇ ਸੰਘਰਸ਼ ਆ ਇਹ ਚੱਲਦੇ ਰਹਿਣਗੇ। ਇਸ ਕਰਕੇ ਕਿਸਾਨ ਭਰਾਵੋ, ਇਹ ਕਦੇ ਵੀ ਅਵੇਸਲੇ ਨਹੀਂ ਹੋਣਾ ਕਿ ਸਾਡਾ ਜਿਹੜਾ ਸੰਯੁਕਤ ਮੋਰਚਾ ਉਹ ਸਮਾਪਤ ਹੋ ਗਿਆ ਤੇ ਹੁਣ ਸਾਡੀ ਜਿਹੜੀ ਜੰਗ ਉਹ ਜਿੱਤ ਲਈ ਗਈ ਹੈ। ਕਿਉਂਕਿ ਜਿੰਨਾ ਚਿਰ ਲੋਕ ਮਾਰੂ ਸਰਕਾਰਾਂ ਸਾਡੇ ਦੇ ਸੱਤਾ ਦੇ ਕਾਬਜ਼ ਰਹਿਣਗੀਆਂ, ਉਹਨਾਂ ਚਿਰ ਸਾਨੂੰ ਆਪਣੇ ਹੱਕ ਲੈਣ ਲਈ ਇਸ ਤਰ੍ਹਾਂ ਦੇ ਜਿਹੜੇ ਯਤਨ ਕਰਦੇ ਰਹਿਣਾ ਪਊਗਾ ਤੇ ਸਾਨੂੰ ਸੰਘਰਸ਼ ਲੜਨੇ ਪੈਣਗੇ। ਕਿਉਂਕਿ ਸਰਕਾਰਾਂ ਅੱਜ ਆਪਣੇ ਉੱਲੂ ਸਿੱਧੇ ਕਰ ਰਹੀਆਂ ਤੇ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕਰ ਰਹੀਆਂ। ਕਰੋਨਾ ਦੇ ਨਾਂ ਹੇਠ ਪਿਛਲੇ 2 ਸਾਲਾਂ ਤੋਂ ਸਕੂਲ ਕਾਲਜ ਬੰਦ ਆ, ਪਰ ਇਹਨਾਂ ਦੀਆਂ ਰੈਲੀਆਂ ਜਾਰੀ ਆ। ਸਰਕਾਰੀ ਇਕੱਠਾਂ ਤੇ ਰਾਜਨੀਤਿਕ ਇਕੱਠਾਂ ਤੇ ਕੋਈ ਪਾਬੰਦੀ ਨਹੀਂ, ਪਰ ਜੇਕਰ 4 ਲੋਕ ਆਪਦੇ ਹੱਕਾਂ ਲਈ ਇਕੱਠੇ ਹੁੰਦੇ ਆ ਤਾਂ ਉਹਨਾਂ ਦੇ ਪਰਚੇ ਦਰਜ ਕਰ ਦਿੱਤੇ ਜਾਂਦੇ ਆ। ਇੱਥੇ ਬੰਦੇ ਚਲੋ ਧੰਨਵਾਦ ਆ। ਇਸ ਕਰਕੇ ਮੇਰੇ ਕਿਸਾਨ ਭਰਾਵੋ, ਕਿਸਾਨ ਸੰਯੁਕਤ ਮੋਰਚੇ ਦੇ ਏਕੇ ਨੇ ਸਾਬਤ ਕੀਤਾ, ਜੇਕਰ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲੋਗੇ ਤਾਂ ਹਕੂਮਤੀ ਸਰਕਾਰਾਂ ਚਾਹੇ ਜਿੰਨੀਆਂ ਮਰਜ਼ੀ ਡਾਢੀਆਂ ਹੋਣ, ਚਾਹੇ ਜਿੰਨੀਆਂ ਮਰਜ਼ੀ ਜ਼ਾਲਮ ਹੋਣ, ਜਦ ਏਕੇ ਦੀ ਹੋਊਗੀ। ਤੇ ਉਸੇ ਕੜੀ ਤਹਿਤ ਅੱਜ ਦਾ ਇਹ ਧਰਨਾ ਆਪਾਂ ਸੰਯੁਕਤ ਮੋਰਚੇ ਦੀ ਕਾਲ ਤੇ ਵਿਸ਼ਵਾਸਘਾਤ ਦੇ ਵਜੋਂ ਮਨਾ ਰਹੇ ਆ, ਕਿਉਂਕਿ ਅਗਲੇ ਮਹੀਨੇ ਫਰਵਰੀ ਮਹੀਨੇ ਦੇ ਵਿੱਚ ਲਖੀਮਪੁਰ ਖੇੜੀ ਦੇ ਸ਼ਹੀਦਾਂ ਨੂੰ ਬਣਦਾ ਵਿਸ਼ਵਾਸ ਦਿਵਾਉਣ ਲਈ, ਇਨਸਾਫ ਦਿਵਾਉਣ ਲਈ ਤੇ ਕਿਸਾਨਾਂ ਦੇ ਕੀਤੇ ਝੂਠੇ ਪਰਚਿਆਂ ਨੂੰ ਰੱਦ ਕਰਾਉਣ ਲਈ ਤੇ ਜੋ ਵੀ ਸਰਕਾਰ ਨੇ ਸਾਡੀਆਂ ਜਿਹੜੀਆਂ ਮੰਗਾਂ ਲਿਖਤੀ ਰੂਪ ਚ ਮੰਨੀਆਂ ਸੀ, ਜੇਕਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਊਗਾ। ਇਹ ਸੰਯੁਕਤ ਮੋਰਚੇ ਦਾ ਜਿਹੜਾ ਹੁਕਮ ਹੈ ਤੇ ਹੁਣ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਗਾ ਤੇ ਹੁਣ ਮੈਂ ਬੇਨਤੀ ਕਰੂੰਗਾ ਬਾਬਾ ਜਸਵਿੰਦਰ ਸਿੰਘ ਜੀ ਨੂੰ, ਉਹ ਆ ਕੇ 10 ਮਿੰਟ ਕਿਸਾਨਾਂ ਨੂੰ ਸੰਬੋਧਿਤ ਕਰ।
ਕੰਮਾਂ ਵਾਲੇ ਭਾਵ ਕੰਮਾਂ ਨੂੰ ਛੱਡ ਕੇ ਇੱਥੇ ਪਹੁੰਚੇ ਹੋ। ਇੱਥੇ ਪਹੁੰਚਣ ਦਾ ਕਾਰਨ ਜਿਨ੍ਹਾਂ ਨੂੰ ਅਸੀਂ ਵੋਟਾਂ ਦੇ ਕੇ ਸੱਤਾ ਦਿੰਦੇ ਆ, ਜਿਨ੍ਹਾਂ ਨੂੰ ਅਸੀਂ ਕੁਰਸੀਆਂ ਦਿੱਤੀਆਂ ਹੋਈਆਂ ਹੈ, ਇੰਜ ਆਉਂਦਾ ਸਵਾਦ ਆ। ਉਹ ਲੋਕ ਆਪਣੇ ਵਾਅਦਿਆਂ ਤੋਂ ਮੁੱਕਰ ਜਾਣ। ਇੱਕ ਆਮ ਮਨੁੱਖ ਵਾਅਦੇ ਤੋਂ ਮੁੱਕਰੇ, ਉਹਦੇ ਉੱਤੇ ਗਿਲਾ ਹੁੰਦਾ ਹੈ, ਸ਼ਿਕਵਾ ਹੁੰਦਾ ਹੈ, ਉਹਦੀ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਉਹਨੂੰ ਕਈ ਮਜਬੂਰੀਆਂ ਹੁੰਦੀਆਂ। ਪਰ ਜਦੋਂ ਸਾਡੇ ਰਾਜੇ ਮਹਾਰਾਜੇ ਸਾਡੀਆਂ ਵੋਟਾਂ ਦੇ ਨਾਲ ਸੱਤਾ ਦੇ ਉੱਤੇ ਬੈਠਣ ਵਾਲੇ ਲੋਕ ਸਾਡੇ ਨਾਲ ਕੀਤੇ ਹੋਏ ਵਾਅਦਿਆਂ ਤੋਂ ਮੁੱਕਰਦੇ ਹੈ, ਇਹਦੀ ਨਾਮੋਸ਼ੀ ਉਸ ਦੇਸ਼ ਨੂੰ ਹੁੰਦੀ ਹੈ ਜਿਸ ਦੇਸ਼ ਦਾ ਪ੍ਰਜਾ ਦਾ ਰਾਜਾ ਕਹਿਲਾਉਂਦਾ ਹੈ। ਉਸ ਦੇਸ਼ ਨੂੰ ਨਾਮੋਸ਼ੀ ਝੱਲਣੀ ਪੈਂਦੀ ਹੈ ਜਿਹੜੇ ਦੇਸ਼ ਨੇ ਇਹਨਾਂ ਲੋਕਾਂ ਨੂੰ ਸੱਤਾ ਦਿੱਤੀ ਹੁੰਦੀ ਹੈ। ਅੱਜ ਅਸੀਂ ਉਸੇ ਹੀ ਨਾਮੋਸ਼ੀ ਦਾ ਸਿੱਟਾ ਲੈ ਕੇ, ਕਿਉਂਕਿ ਸਾਡੇ ਨਾਲ ਵਾਅਦੇ ਕੀਤੇ, ਅਸੀਂ ਪਰਾਲੀ ਦਾ ਜਿਹੜਾ ਹੈ ਉਹ ਮਸਲਾ ਹੱਲ ਕਰਾਂਗੇ। ਪਰਾਲੀ ਇਕੱਲੀ ਦਾ ਮਸਲਾ ਨਹੀਂ ਹੈ। ਕਈ ਬੰਦਿਆਂ ਦੇ ਮਨ ਵਿੱਚ ਹੈ ਵੀ ਅਸੀਂ ਕਿਹੜਾ ਝੋਨਾ ਬੀਜਦੇ ਹਾਂ, ਸਾਨੂੰ ਕੀ ਹੈ। ਇਹ ਪਰਾਲੀ ਦਾ ਮਸਲਾ ਨਹੀਂ ਹੈ। ਇਹ ਜਦੋਂ ਸਰਕਾਰਾਂ ਆਈ ਤੇ ਆ ਜਾਂਦੀਆਂ ਫਿਰ ਘਰਾਂ ਦੇ ਵਿੱਚ ਕੀਤੇ ਹੋਏ ਦੁੱਧ ਗਰਮ ਦਾ ਪਰਚਾ ਵੀ ਹੋ ਜਾਂਦਾ ਵੀ ਇਹਨੇ ਪੋਲਿਊਸ਼ਨ ਫੈਲਾ ਦਿੱਤਾ। ਘਰਾਂ ਦੇ ਵਿੱਚ ਬਾਲੀਆਂ ਹੋਈਆਂ ਧੂਣੀਆਂ ਵੀ ਕਰੋੜ ਕਰੋੜ ਰੁਪਏ 'ਚ ਪੈ ਜਾਂਦੀਆਂ। ਇਹਨਾਂ ਲੋਕਾਂ ਦੀ ਮਾਨਸਿਕਤਾ ਬੜੀ ਘਟੀਆ ਹੈ ਕਿਉਂਕਿ ਇਹ ਆਪਣੀ ਵੋਟ ਲੈਣ ਦੀ ਖਾਤਰ, ਸੱਤਾ ਲੈਣ ਦੀ ਖਾਤਰ ਕਿਸੇ ਗਰੀਬ ਦੇ ਉੱਤੇ ਅਤਿਆਚਾਰ ਕਰਨ ਲੱਗੇ ਵੇਖਦੇ ਨਹੀਂ। ਇਹ ਲੋਕ ਘਰਾਂ ਦੇ ਵਿੱਚ ਬਾਲੀ ਹੋਈ ਅੱਗ ਦੇ ਉੱਤੇ ਵੀ ਕਰੋੜ ਕਰੋੜ ਰੁਪਏ ਦਾ ਪਰਚਾ। ਇਸੇ ਤਰ੍ਹਾਂ ਦੂਜੀ ਸਾਡੀ ਮੰਗ ਹੈ ਵੀ ਜੇ ਅਸੀਂ 19 ਰੁਪਏ ਕਣਕ ਵੇਚਦੇ ਹਾਂ, 19 ਰੁਪਏ 20 ਪੈਸੇ ਤੇ 22 ਰੁਪਏ ਵੱਧ ਤੋਂ ਵੱਧ ਲੋਕਾਂ ਨੂੰ ਆਟਾ ਮਿਲੇ। ਇਹ ਲੋਕ ਕੀ ਕਰਦੇ ਹੈ, 5 ਰੁਪਏ ਗੰਢੇ ਚੱਕਦੇ ਹੈ ਤੇ 50 ਰੁਪਏ ਸਟੋਰ ਰੱਖ ਕੇ ਬਾਅਦ ਦੇ ਵਿੱਚ ਵੇਚਦੇ ਹੈ। ਸਾਡੀ ਇਸ ਸਿਸਟਮ ਨਾਲ ਲੜਾਈ 45 ਰੁਪਏ ਵਿਚੋਲੇ ਦੇ ਖਾਣ ਦੀ ਹੈ। ਮੋਦੀ ਸਰਕਾਰ ਨੇ ਮੰਗਾਂ ਮੰਨ ਕੇ ਉਹਨਾਂ ਵਾਅਦਿਆਂ ਤੋਂ ਮੁੱਕਰ ਕੇ ਵਿਸ਼ਵਾਸਘਾਤ ਕੀਤਾ। ਉਸ ਮਸਲੇ ਦੇ ਵਿੱਚ ਧਰਨਾ ਲਗਾ ਰਹੇ ਹਾਂ। ਜਦੋਂ ਇਹਨਾਂ ਨੇ ਸਹੀ ਬੋਲਣਾ ਨਾ, ਸਾਡੇ ਪਿੰਡ ਕਿਸੇ ਵੀਰ ਨੇ ਲਾਇਆ ਸੀ ਅੱਧਾ ਕਿੱਲਾ ਤਾਂ ਉਹਨੂੰ ਅਜੇ ਇੱਕ ਆਪਾਂ ਪੁਤਲੇ ਵਾਲੀ ਲਾਉਣੀ ਆ, ਜਿਹੜਾ ਉਹ ਵੇਖੀ ਚੰਗੀ ਠੀਕ ਪਰਚੀ ਦੇ ਤੋਂ ਗਾਂਵ ਕਰਦਾ ਦਾ ਤੋਂ 2-3 ਕਿਹੜੇ ਨੇ ਮਾਰੇ। ਤੇ ਜਦੋਂ ਇੱਕ ਦਿਨ ਉਹਨਾਂ ਦਾ ਵੀ ਪਰਸੋਂ ਆ ਜੀ ਤੈਨੂੰ ਪਰਚੀ ਦਿਆਂਗੇ, ਉਹ ਗਿਆ ਪਰਸੋਂ, ਉਹ ਆਦਾ ਪਰਚੀ ਤਾਂ ਤੈਨੂੰ ਅੱਜ ਨਹੀਂ ਮਿਲਣੀ ਹੈਗੀ ਨਹੀਂ ਪਰਚੀ। ਉਹ ਆਦਾ ਵੀਰ ਤੂੰ ਮੇਰਾ ਵਾਅਦਾ ਕੀਤਾ ਸੀ, ਉਹਦਾ ਵਾਅਦਾ ਕੀਤਾ ਮੈਂ ਕੁੜੀ ਹਾਂ ਜਿਹੜਾ ਤੇਰੇ ਨਾਲ ਵਾਅਦਾ ਕੀਤਾ ਸੀ। ਇਹੋ ਜਿਹੀਆਂ ਬੋਲਬਾਣੀਆਂ ਕਰਕੇ ਅੱਜ ਉਹ ਵੀ ਘਰੋਂ ਘਰੀ ਸਾਰੇ ਬੈਠੇ ਹੋਏ ਨੇ ਤੇ ਆਪਾਂ ਤਾਂ ਨਾਲ ਉਹਨਾਂ ਬਾਉਣਾ ਹੀ ਬਾਉਣਾ ਹੈ। ਪੁਲਿਸ ਪ੍ਰਸ਼ਾਸਨ ਵੀ ਆਪਣਾ ਇਹ ਵੀ ਜਿਹੜੇ ਆਪਣੇ ਵਧੀਕੀਆਂ ਕਰਦੇ ਨੇ ਕਿਸੇ ਦਿਨ ਨੂੰ ਇਹਨਾਂ ਨੂੰ ਵੀ ਇਸੇ ਤਰ੍ਹਾਂ ਆਣ ਕੇ ਸੜਕਾਂ ਤੇ ਬਹਿਣਾ ਪਏਗਾ। ਇਹ ਵੀ ਧਿਆਨ ਨਾਲ ਸੁਣ ਲੈਣ। ਇਹਨਾਂ ਨੂੰ ਵੀ ਧਰਨੇ ਰੋਸ ਮੁਜ਼ਾਹਰੇ ਕਰਨੇ ਪੈਣਗੇ। ਨਾ ਕਰਦੇ ਅਸੀਂ ਸਦਾ ਜਿਹੜੇ ਖਾਕੀ ਵਰਦੀਆਂ ਦੇ ਵਿੱਚ ਹੀ ਰਵਾਂਗੇ, ਸਰਕਾਰ ਦੇ ਅਹੁਦੇਦਾਰ ਬਣ ਕੇ ਰਵਾਂਗੇ। ਇਹਨੂੰ ਲਾ ਦਾ ਜੇ ਜਿਹੋ ਜਿਹਾ ਵਤੀਰਾ ਕਰਨਗੇ ਉਹੋ ਜਿਹਾ ਇਹਨਾਂ ਨੂੰ ਭੁਗਤਣਾ ਪੈਣਾ ਹੈ। ਸਾਡੀ ਜੋ ਕਿਸਾਨ ਜਥੇਬੰਦੀ ਇੱਥੇ ਬੈਠੀ ਹੈ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਕੋਈ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਸੰਘਰਸ਼ ਲੜ ਕੇ ਤੇ ਆਪਾਂ ਕੁਝ ਪ੍ਰਾਪਤ ਕੀਤਾ ਹੈ ਤੇ ਗਵਾਇਆ ਦਾ ਜਿਹੜਾ ਹੈਗਾ ਹੈ ਉਹਦਾ ਤਾਂ ਆਪਾਂ ਨੂੰ ਅਜੇ ਹਿਸਾਬ ਹੀ ਨਹੀਂ ਵੀ ਕਿੰਨਾ ਗਵਾ ਚੁੱਕੇ ਹਾਂ, ਕਿਉਂਕਿ 750 ਦੇ ਕਰੀਬ ਜਿਹੜੀ ਮੌਤ ਹੋਈ ਹੈ ਉਹ ਭੁੱਲਣ ਵਾਲੀ ਨਹੀਂ, ਇਤਿਹਾਸਾਂ 'ਚ ਲਿਖੀ ਜਾਣੀ ਹੈ। ਜਿਨ੍ਹਾਂ ਸਰਕਾਰਾਂ ਨੇ ਸਾਨੂੰ ਇੰਨਾ ਸਮਾਂ ਖਰਾਬ ਕਰਕੇ ਉਸ ਤੋਂ ਬਾਅਦ ਸਾਨੂੰ ਉਹ ਕੁਛ ਦਿੱਤਾ ਵੀ ਕਿ ਜਿਹਦੇ ਨਾਲ ਥੋੜ੍ਹਾ ਜਿਹਾ ਅਸੀਂ ਪਾਇਆ ਵੀ ਤੇ ਬਹੁਤ ਕੁਛ ਗਵਾਇਆ ਵੀ। ਪਰ ਜੇ ਕੰਮ ਪਹਿਲਾਂ ਹੀ ਕਰ ਲੈਂਦੇ ਤੇ ਉਹ ਜਿਹੜੀਆਂ ਜਾਨਾਂ ਉਹ ਨਾ ਜਾਂਦੀਆਂ ਤੇ ਸਭ ਕੁਝ ਠੀਕ ਰਹਿੰਦਾ। ਸੋ ਸਾਡੀਆਂ ਇਹ ਜਾਨਾਂ ਗਾਉਣ ਵਾਸਤੇ ਹੀ ਵਾਰ-ਵਾਰ ਇਸ ਦਿੱਲੀ ਨੇ ਸਾਡੇ ਤੇ ਬੜੇ ਅਟੈਕ ਕੀਤੇ। ਕਿਉਂ? ਇਸ ਦਿੱਲੀ ਦੀ ਭਾਸ਼ਾ ਹੀ ਹਮੇਸ਼ਾ ਇਹ ਰਹੀ ਕਿ ਮੈਂ ਸਤਾਉਣਾ ਹੀ ਹੈ। ਇਹ ਕੋਈ ਅੱਜ ਨਹੀਂ, ਗੁਰੂ ਤੇਗ ਬਹਾਦਰ ਮਹਾਰਾਜ ਤੋਂ
ਲੈ ਕੇ ਇਸ ਦਿੱਲੀ ਨੇ ਸਾਡੇ ਤੇ बड़े वड्डे जुल्म किए, क्योंकि इन्हें बख्शिया नहीं, टैग किया, होर बथेरा कुछ इन्हें किया, बड़े हथ कंडे वरते, पर दिल्ली फिर नहीं टली। इन्हें आखिरकार इन्हां किसानां नाल, इन्हां जथेबंदियां नाल मत्था लाया ते इनू मूँह दी खानी पई, पर साडा बहुत कुछ गवाया। सो भाई जो अपना बीज गया है उन्होंने बहुत माड़ा गिणीए कि जिहड़ा आपां संघर्ष लड़ के पाया है उन्होंने बहुत चंगा गिणीए। जो अगे अपने ना इन्हां ने वादे कीते आ, जिन्हां तो टाल पटोल कर रहे आ, बहुत कुछ करनगे जे, क्यों इन्हां दा दिमाग बड़ा भैड़ा ते वड्डा हुंदा है। क्यों वेले इन्हां बह के यही घाड़तां घड़नियां कि आपां किस नूं अज हथ ला के छेड़िए ते किहदे नाल वधैकी करके ते आपां आपस में लड़ा झगड़ा के ते आपदे मसले सुलझ गए। सो भाई आपां सारिआं ने जिवें पिछला संघर्ष लड़िया है, शांतमय संघर्ष अगे तो ही आपां लड़ते रहना है। सो साडे सारे ही पतवंतिआं दा धन्नवाद। ਸਾਰੇ ਇੱਕ ਦੂਜੇ ਨੂੰ ਦੱਸਾਂ ਤਾਂ ਸਾਰੇ ਇਕੱਠੇ ਹੋ ਜਾਣਾ। ਤੇ ਇਸ ਤੋਂ ਇੰਨੀ ਮਜਬੂਰੀ ਆਪਣੀ ਹੋ ਚੁੱਕੀ ਹੈ ਕਿ ਜਿਹੜੀ ਮਤਲਬ ਇੱਕ ਪਿੰਡ 'ਚ ਸੁਨੇਹਾ ਦੇਣਾ ਪੈਂਦਾ, ਘਰ ਘਰ ਜਾ ਕੇ ਇਕੱਠੇ ਕਰਨੇ ਪੈਂਦੇ ਆ। ਇਹ ਕੰਮ ਨਹੀਂ ਆਪਣੇ 'ਚ ਹੋਣਾ ਚਾਹੀਦਾ। ਜਦੋਂ ਇੱਕ ਪ੍ਰਧਾਨ ਨੂੰ ਕਾਲ ਆਉਂਦੀ, ਉਸ ਤੋਂ ਵੱਡੇ ਪ੍ਰਧਾਨ ਦੀ ਕਾਲ ਆਉਂਦੀ, ਉਹ ਸਾਨੂੰ ਦੱਸਦਾ ਹੈ। ਉਸ ਤਰ੍ਹਾਂ ਹੀ ਅੱਗੋਂ ਇੱਕ ਬੰਦਾ 3 ਬੰਦੇ ਦੱਸੇ ਤੇ 10 ਬੰਦੇ ਨੂੰ ਕਾਲ ਚਾਣੀ ਚਾਹੀਦੀ ਪਿੰਡ ਦੇ ਵਿੱਚ, ਤੇ ਸਾਨੂੰ ਇਕੱਠਿਆ ਹੋਣਾ ਚਾਹੀਦਾ ਹੈ। ਇਸ ਮੋਰਚੇ ਨੂੰ ਜਿਸ ਤਰ੍ਹਾਂ ਆਪਾਂ ਇਕੱਠੇ ਹੋ ਕੇ ਲੜਾਈਆਂ ਲੜਾਂਗੇ ਤੇ ਇਸ ਤਰ੍ਹਾਂ ਕਾਮਯਾਬ ਹੋਵਾਂਗੇ। ਜੇ ਆਪਾਂ ਨੂੰ ਇਸ ਤਰ੍ਹਾਂ ਪੁਲਿਸ ਵੀ ਤੰਗ ਕਰਦੀ ਰਹੀ ਤੇ ਆਪਾਂ ਪੁਲਿਸ ਦੇ ਵੀ ਆਪਾਂ ਥੱਲੇ ਹੱਥ ਜੋੜ ਕੇ ਬੇਨਤੀ ਕਰਕੇ ਛੁੱਟਦੇ ਹਾਂ, ਉਹ ਮਾੜਾ ਕੰਮ ਹੈ। ਪਰਸੋਂ ਸਾਡੇ ਇੱਕ ਗੱਡੀ ਗਈ ਹੈ, ਆਪਣੇ ਚਿੱਟਾ ਲੈ ਕੇ ਗਏ ਮੁੰਡੇ, ਤੇ ਪੁਲਿਸ ਨੇ ਮਗਰ ਗੱਡੀ ਲਾਈ ਹੈ। ਜਦੋਂ ਗੱਡੀ ਅੱਗੋਂ ਐਕਸੀਡੈਂਟ ਹੋਈ, ਅੱਗੋਂ ਫੜੀ ਗਈ ਗੱਡੀ, ਮੁੰਡੇ ਭੱਜ ਚੁੱਕੇ ਨੇ ਤੇ ਪੁਲਿਸ ਦੀ ਹਿੰਮਤ ਨਹੀਂ ਪਈ ਤਾਂ ਕਿ ਵੀ ਬੰਦਿਆਂ ਨੂੰ ਪਿੰਡ 'ਚੋਂ ਫੜਿਆ ਜਾਵੇ। ਉੱਥੇ ਕੰਬੀ ਗਏ ਨੇ, ਖੜੇ ਗਏ ਨੇ ਤੇ ਖੜ ਕੇ ਪਿੱਛਾ ਮੁੜ ਆਏ ਨੇ। ਇੰਨੀ ਹਿੰਮਤ ਨਹੀਂ ਨਾ ਪੁਲਿਸ ਵਾਲੇ ਦੀ ਰਹੀ, ਉਹਦੀ ਭਾਈ ਫੜੀ ਸੀਗੀ। ਤੇ ਮਾੜੇ ਬੰਦੇ ਦੇ ਨਾਲ ਇੰਨਾ ਜ਼ੋਰ ਚੜ੍ਹਦਾ ਵੀ ਮਤਲਬ ਗਲੋਂ ਫੜ ਕੇ ਜਾਣ ਨੂੰ ਤਿਆਰ ਹੋ ਜਾਂਦੇ ਨੇ। ਤੇ ਉੱਥੇ ਚਿੱਟੇ ਦਾ ਨਾ ਕੰਮ ਕੀਤਾ ਵੀ ਕੋਈ ਕਿਸੇ ਦੀ ਜ਼ਰੂਰਤ ਨਹੀਂ ਪਈ ਜਾ ਕੇ ਚਿੱਟੇ ਵਾਲੇ ਬੰਦੇ ਨੂੰ ਜਾ ਕੇ ਫੜ ਕੇ ਘਰੇ ਲੈ ਆਉਣ। ਇੱਥੋਂ ਤੱਕ ਇਹਨਾਂ ਕੰਮ ਕੀਤਾ ਹੈ। ਤੇ ਆਪਾਂ ਜਿੰਨੇ ਵੀ ਇਕੱਠੇ ਹੋ ਕੇ ਇਸ ਲੰਗੀਰ ਖੀਰੀ ਦਾ ਜਿਹੜਾ ਨਾ ਮਸਲਾ ਆਪਣੇ ਵਿਸ਼ਵਾਸਘਾਤ ਕੀਤਾ ਹੈ, ਇਹਨੂੰ ਜਿਸ ਤਰ੍ਹਾਂ ਵੀ ਤੋਂ ਕਾਲ ਆਉਂਦੀ ਇਸ ਤਰ੍ਹਾਂ ਆਪਾਂ ਰਲ ਮਿਲ ਕੇ ਇਹਨੂੰ ਸਾਰਿਆਂ ਨੂੰ ਇਸ ਜੰਗ ਨੂੰ ਤੇਜ਼ ਕਰੀਏ ਔਰ ਤੇਜ਼ ਕਰਕੇ ਇਸ ਮਸਲੇ ਆਪਾਂ ਦੇ ਹੱਲ ਕਰਾਈਏ। ਇਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀ ਸੁਖਦੇਵ ਸਿੰਘ ਨੇ ਦੱਸਿਆ ਵੀ ਜਿਵੇਂ ਇੱਕ ਕਾਲ ਤੇ ਇਕੱਠੇ ਹੋ ਜਾਓ ਸਾਰੇ, ਇਹ ਬਿਲਕੁਲ ਸਹੀ ਗੱਲ ਹੈ। ਜਿਵੇਂ ਸਾਡੇ ਉਦੋਂ ਬਿਜਲੀ ਦਾ ਆਈ, ਜੇ ਸਾਰੇ ਲੋਕ ਇਕੱਠੇ ਹੋ ਗਏ ਤਾਂ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ ਤੇ ਲਾਈਟ ਵੀ ਉਦੋਂ ਦੀ ਛੱਡਣੀ ਪਈ ਉਹਨਾਂ ਨੂੰ। ਇਹ ਆਪਣੇ ਇਕੱਠ ਦਾ ਸਬੂਤ ਹੈ। ਇਸੇ ਤਰ੍ਹਾਂ ਸਾਰੇ ਪਿੰਡਾਂ 'ਚ ਸਾਰੇ ਭਰਾ ਇਕੱਠੇ ਹੋ ਗਏ ਮੋਰਚਾ ਮਾਰਿਆ ਕਰਨ। ਜਿਵੇਂ ਵੀ ਆਪਾਂ ਨੂੰ ਕਿਸੇ ਦਾ ਪ੍ਰਧਾਨ ਦਾ ਫੋਨ ਆਉਂਦਾ ਹੈ, ਉਹ ਪ੍ਰਧਾਨ ਦੇ ਫੋਨ ਤੇ ਜਾ ਕੇ ਇਕੱਠੇ ਹੋ ਕੇ ਸਾਰੇ ਏਕਤਾ ਦਾ ਸਬੂਤ ਵਿਖਾਈਏ। ਏਕਤਾ ਦੇ ਸਬੂਤ ਨਾਲ ਹੀ ਆਪਾਂ ਦਿੱਲੀ ਮੋਰਚਾ ਜਿੱਤਿਆ ਹੈ। ਤੇ ਜੇ ਗਾਂ ਵੀ ਆਪਣੇ ਜਿਹੜੇ ਰਹਿੰਦੇ ਮਸਲੇ ਆ ਉਹ ਆਪਾਂ ਤਾਂ ਜਿੱਤ ਸਕਦੇ ਹਾਂ ਜੇ ਆਪਾਂ ਏਕਤਾ ਰੱਖਾਂਗੇ। ਜੇ ਆਪਾਂ ਇੱਧਰ ਉੱਧਰ ਭੱਜੇ ਫਿਰਾਂਗੇ, ਇਹਨਾਂ ਲੋਕਾਂ ਮਗਰ ਕਿਸੇ ਨੇ ਕੁਝ ਨਹੀਂ ਦੇਣਾ, ਨਾ ਕਿਸੇ ਪਾਰਟੀਆਂ ਨਾ ਕਿਸੇ ਨੇ। ਜੇ ਆਪਣਾ ਇਹੋ ਮੋਰਚੇ ਦੇ ਨਾਲ ਜੁੜੇ ਰਵਾਂਗੇ ਤੇ ਆਪਣੇ ਸਾਰਾ ਕਾਰਜ ਹੱਲ ਹੋ ਜਾਣਗੇ, ਨਹੀਂ ਤੇ ਆਪਾਂ ਉਸੇ ਤਰ੍ਹਾਂ ਜਿਵੇਂ ਅੱਗੇ ਧੱਕੇ ਖਾਂਦੇ ਫਿਰਦੇ ਉਵੇਂ ਖਾਂਦੇ ਰਹਾਂਗੇ। ਹੋਰ ਸਾਰੇ ਕਿਸਾਨਾਂ ਨੂੰ ਇਹ ਬੇਨਤੀ ਹੈ ਵੀ ਸਾਰੇ ਇਕੱਠੇ ਹੋ ਕੇ ਰਹੋ, ਇਕੱਠ ਦਾ ਹੀ ਫਾਇਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਡਾਲ ਵਿੱਚ ਸੱਜ ਕੇ ਬੈਠੇ ਕਿਸਾਨ ਸੰਘਰਸ਼ੀ ਯੋਧਿਓ, ਕਲਗੀਧਰ ਪਾਤਸ਼ਾਹ ਦਾ ਬਣਾਇਆ ਹੋਇਆ ਨਾਅਰਾ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਅਕਾਲ ਪੁਰਖ ਹੈ ਜੀ। ਆਪਾਂ ਅੱਜ ਵਿਸ਼ਵਾਸਘਾਤ ਦਿਵਸ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਮਨਾ ਰਹੇ ਆ ਜੀ। ਵਿਸ਼ਵਾਸਘਾਤ ਲਫ਼ਜ਼ ਹੀ ਬਹੁਤ ਮਾੜਾ ਏ। ਕਿਸੇ ਨੂੰ ਵਿਸ਼ਵਾਸ ਵਿੱਚ ਲੈ ਕੇ ਉਹਦਾ ਕਤਲ ਕਰ ਦੇਣਾ, ਉਹਨੂੰ ਵਿਸ਼ਵਾਸ ਵਿੱਚ ਲੈ ਕੇ ਉਹਦੇ ਤੋਂ ਲੈ ਕੇ ਚੀਜ਼ ਮੁੱਕਰ ਜਾਣਾ। ਵਿਸ਼ਵਾਸਘਾਤ ਕੋਈ ਇੱਕ ਤਰ੍ਹਾਂ ਦਾ ਨਹੀਂ, ਰਿਸ਼ਤੇ ਕਰਕੇ ਮੁੱਕਰ ਜਾਣਾ। ਵਿਸ਼ਵਾਸਘਾਤ ਕੀਤਾ ਦਿੱਲੀ ਸਰਕਾਰ ਨੇ। ਜੇ ਦਿੱਲੀ ਸਰਕਾਰ ਨੇ ਵਿਸ਼ਵਾਸਘਾਤ ਕੀਤਾ ਹੈ ਤੇ ਜੇ ਕੋਈ ਕਿਸਾਨ ਲੀਡਰ ਵਿਸ਼ਵਾਸਘਾਤ ਕਰਦਾ ਹੈ, ਉਹ ਵੀ ਓਨਾ ਹੀ ਜ਼ੁਲਮ ਉਹਨੇ ਨਹੀਂ ਕੀਤਾ ਹੈ। ਵਿਸ਼ਵਾਸਘਾਤ ਨਾ ਹੀ ਬੜਾ ਮਾੜਾ ਹੈ।
ਜਿਹੜਾ ਕਿਸਾਨ ਮਜ਼ਦੂਰ ਕ੍ਰਾਂਤੀਕਾਰੀ ਲੋਕ ਸੰਘਰਸ਼ੀ ਲੋਕ ਆਪਦੇ ਹੱਕਾਂ ਲਈ ਮਨਾਉਂਦੇ ਪਏ ਨੇ। ਅੱਜ ਸਰਕਾਰਾਂ ਦੀ ਇਹਨਾਂ ਨੇ ਸਾਨੂੰ ਬੜਾ ਲੁੱਟਿਆ ਤੇ ਬੜਾ ਕੁੱਟਿਆ, ਬੜਾ ਕੁਛ ਸਾਡਾ ਕੀਤਾ। ਤੋ ਮੇਰੀ ਵੀ 60 ਸਾਲ ਦੀ ਉਮਰ ਹੋ ਗਈ ਹੈ, ਨਿੱਕਿਓਂ ਲੈ ਕੇ ਚੱਲ ਵੀਰ ਸਾਹਿਬ, ਨਿੱਕੇ ਬੈਠੇ ਵੱਡੇ ਬੈਠੇ ਆ। ਇਹਨਾਂ ਦੇ ਜਿੰਨਾ ਆਪਾਂ ਇਕੱਠੇ ਹੋ ਗਏ ਲਾ ਬੋਲਾਂਗੇ ਉਨਾ ਹੀ ਆਪਾਂ ਨੂੰ ਫਾਇਦਾ ਜੀ। ਤੇ ਇਹਨਾਂ ਦਾ ਆਪਾਂ ਨੂੰ ਜੁੱਤੀਆਂ ਪੈਣੀਆਂ, ਹਰ ਇੱਕ ਨੂੰ ਇਕੱਲੇ ਇਕੱਲੇ ਹੋ ਕੇ ਖਾ ਲਓ। ਇਹ ਜੇ ਝੰਡੇ ਦੇ ਸਿਰੋਂ ਨਿਕਲਾਂਗੇ ਤੇ ਆਪਾਂ ਨੂੰ ਫੜ ਕੇ ਨਾ ਗਲੋਂ ਦੇ ਚੱਲ ਅੰਦਰ ਜੇਲ੍ਹ 'ਚ ਜੁੱਤੀਆਂ ਵੀ ਮਾਰਦੀਆਂ ਨਾ। ਤੇ ਜੋ ਕੋਈ ਇਹਨਾਂ ਦਾ ਜੀ ਕੀਤਾ ਆਪਣੇ ਨੂੰ ਲਿਖਾਉਣਾ ਇਹਨਾਂ ਵੀ ਤੁਸੀਂ ਲਿਖ ਕੇ ਦਿਓ ਸਾਨੂੰ। ਮੇਰੀ ਤਾਂ ਇਹ ਬੇਨਤੀ ਹੈ, ਚਲੋ ਕੋਈ ਦੇ ਬੁਲਾਰੇ ਨਹੀਂ ਅਸੀਂ ਜਿੰਨਾ ਕਿ ਚਲੋ ਸਾਨੂੰ ਮਹਾਰਾਜ ਨੇ ਸੰਗਤਾਂ ਦੇ ਸਾਹਮਣੇ ਸੋਝੀ ਦਿੱਤੀ, ਅਸੀਂ ਉਹਨੇ ਕੁ ਬੋਲੇ ਹਾਂ। ਮੈਂ ਵੀਰਾਂ ਜੀ ਇਹ ਬੇਨਤੀ ਕਰਦਾ ਵੀ ਆਪਾਂ ਨੂੰ ਪਿੰਡ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਬੰਦੇ ਹੈਗੇ ਨਾ, ਆਪਾਂ ਭਾਵੇਂ ਕੋਈ ਵੀ ਕਿਸਾਨ ਯੂਨੀਅਨ ਦੀ ਲੋੜ ਪੈਂਦੀ ਸਾਰੇ ਇਕੱਠੇ ਹੋ ਕੇ ਚੱਲਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਦਾਸ ਅੱਜ ਪਹਿਲੀ ਵਾਰੀ ਸੰਘਰਸ਼ ਕਮੇਟੀ ਵਿੱਚ ਮੈਕ ਫੜਿਆ, ਪਹਿਲੀ ਵਾਰੀ ਬੋਲਣ ਲੱਗਾ। ਇੱਕ ਦੋ ਬੇਨਤੀਆਂ ਹਨ। ਅਸੀਂ ਬਹੁਤ ਲੰਬੀ ਲੜਾਈ ਮੋਦੀ ਸਰਕਾਰ ਨਾਲ ਲੜੀ ਆ, ਉਹਦੇ ਵਿੱਚੋਂ ਅਸੀਂ ਖੱਟਿਆ ਕੀ ਆ? ਅਸੀਂ ਲੜੇ ਤਾਂ ਬਹੁਤ ਆ, ਪਰ ਅਸੀਂ ਉਹਦੇ ਵਿੱਚ ਕਮਾਈ ਕੀ ਕੀਤੀ ਆ? ਜੇ ਮੰਨ ਲਓ ਸਰਕਾਰ ਇਹ ਕਾਨੂੰਨ ਵਾਪਸ ਵੀ ਲੈ ਲੈਂਦੀ ਆ, ਕੀ ਸਾਡੇ ਕਿਸਾਨ ਜਿਹੜੇ ਆ ਖੁਦਕੁਸ਼ੀਆਂ ਕਰਨੋਂ ਹਟ ਜਾਣਗੇ? ਨਹੀਂ ਹਟਣਗੇ, ਕਿਉਂਕਿ ਅਸੀਂ ਕੁਆਲਿਟੀ ਤੇ ਨਹੀਂ ਕੁਆਂਟੀਟੀ ਤੇ ਜ਼ੋਰ ਦੇ ਰਹੇ ਹਾਂ। ਭਾਵ ਅਸੀਂ ਫਸਲਾਂ ਦੇ ਬਦਲ ਨਹੀਂ ਲੱਭ ਰਹੇ। ਅਸੀਂ ਅੱਜ ਸੰਤ ਬਲਵੀਰ ਸਿੰਘ ਸੀਚੇਵਾਲ ਵਾਲੇ ਆ ਦੁਆਬੇ ਦੇ ਵਿੱਚ, ਉਹਨਾਂ ਨੇ ਇੱਕ ਸਰਵੇ ਕਰਵਾਇਆ, ਸਵਿਟਜ਼ਰਲੈਂਡ ਤੋਂ ਆਏ ਸੀਗੇ। ਉਹਨਾਂ ਨੇ ਕਿਹਾ ਕਿ ਸਿਰਫ 17 ਸਾਲਾਂ ਵਾਸਤੇ ਸਾਡੇ ਕੋਲ ਪਾਣੀ ਬਚਿਆ ਧਰਤੀ ਹੇਠਾਂ। 17 ਸਾਲਾਂ ਬਾਅਦ ਅਸੀਂ ਜਿਹੜੇ ਨੌਜਵਾਨ ਆ ਜਾਂ ਸਾਡੇ ਜਿਹੜੇ ਬੱਚੇ ਆ, ਆਉਣ ਵਾਲੀਆਂ ਪੀੜ੍ਹੀਆਂ, ਉਹ ਕਿੱਧਰ ਜਾਣਗੀਆਂ? ਅਸੀਂ ਸਿਰਫ ਝੋਨੇ ਦਾ ਬਦਲ ਹਾਲੇ ਤੱਕ ਕੋਈ ਸਰਕਾਰ, ਕੋਈ ਜਥੇਬੰਦੀ ਨਹੀਂ ਲੱਭ ਸਕੀ। ਸਾਡੀ ਬੇਨਤੀ ਹੈ ਵੀ ਕਿਸਾਨ ਜਥੇਬੰਦੀਆਂ ਰਲ ਕੇ ਇਹ ਕਰਨ ਵੀ ਝੋਨੇ ਦਾ ਬਦਲ ਕੀ ਹੈ, ਦਾਲਾਂ ਹੈ, ਮੱਕੀ ਹੈ, ਉਹਦੀ ਕੁਆਲਿਟੀ ਵਧੀਆ ਹੋਵੇ। ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਆਪਣੀਆਂ ਸਬਜ਼ੀਆਂ, ਫਲ, ਫਰੂਟ ਵਧੀਆ ਤਰੀਕੇ ਨਾਲ ਵੇਚ ਸਕੀਏ। 5-7 ਮਿੰਟ ਹੀ ਲਾਉਣੇ ਆ, ਪੁਤਲਾ ਫੂਕਣਾ ਹੈ। ਤੇ ਮੇਰੇ ਵੀਰ ਜਿਵੇਂ ਅੱਗੇ ਕਹਿਦਾ ਹੈ ਤਰਸੇਮ ਸਿੰਘ ਨੇ, ਇਸੇ ਤਰ੍ਹਾਂ ਆਪਾਂ ਇੱਥੋਂ ਉੱਠਣਾ ਤੇ ਦਰੀਆਂ ਚੁੱਕ ਲੈਣੀਆਂ ਪਹਿਲਾਂ ਤੇ ਘੇਰਾ ਬਣਾ ਲੈਣਾ। ਇੱਧਰੋਂ ਹੈ ਬੰਨੇ, ਇੱਧਰ ਨਹੀਂ ਆਉਣਾ। ਇਸੇ ਤਰ੍ਹਾਂ ਖੜੋ ਕੇ ਘੇਰਾ ਬਣਾ ਲੈਣਾ ਤੇ ਇੱਥੇ ਆਪਾਂ ਪੁਤਲਾ ਫੂਕਣਾ। ਵੀਰੋ, ਮੁਲਾਜ਼ਮਾਂ ਨੂੰ ਪਤਾ ਲੱਗੇ ਵੀ ਇਹ ਸ਼ਾਸਨ ਦੇ ਵਿੱਚ ਚੱਲਦੇ ਆ। ਇਹ ਨਹੀਂ ਕੋਈ ਇੱਧਰ ਨੂੰ ਭੱਜਦਾ, ਕੋਈ ਇੱਧਰ ਨੂੰ ਭੱਜਦਾ ਹੈ। ਆਪਣਾ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਵੀ ਬਹਿਣਾ ਸਿੱਖੋ। ਬਾਕੀ ਜਿਹੜੇ ਸ਼ਾਂਤਮਈ ਨਾਲ ਆ, ਉਹ ਆਪਣਾ ਪਹਿਲਾ ਮੋਢਾ। ਵੀਰੋ, ਸ਼ਾਂਤਮਈ ਨਾਲ ਚੱਲਣਾ ਹੈ, ਕਿਸੇ ਨਾਲ ਉੱਧਰ ਉੱਧਰ ਵਾਲਾ ਕਰਨ ਵਾਲਾ ਕੰਮ ਆਪਣੇ 'ਚ ਹੈ ਨਹੀਂਗਾ। ਚੱਕ ਦਿਆਂਗੇ, ਉੱਤੇ ਗੋਡਾ ਰੱਖ ਦਿਆਂਗੇ, ਫੇਰਾ ਫੇਰੀ ਚੱਕ ਦਿਆਂਗੇ, ਉੱਤੇ ਗੋਡਾ ਰੱਖ ਦਿਆਂਗੇ। ਮੰਗ ਮੰਗ ਕੇ ਵੇਖ ਲਿਆ, ਮੰਗ ਮੰਗ ਕੇ ਵੇਖ ਲਿਆ, ਜ਼ੋਰ ਜਮਾ ਕੇ ਵੇਖਾਂਗੇ। ਇਹ ਸਰਕਾਰਾਂ ਕਰਦੀਆਂ ਕੀ? ਫੇਰਾ ਫੇਰੀ 420, ਕੀ ਕਰਨਗੇ ਜੇਲਾਂ ਥਾਣੇ? ਲੋਕਾਂ ਦੇ ਹੜ ਵੱਧਦੇ ਜਾਣੇ, ਕੀ ਕਰਨਗੇ ਜੇਲਾਂ ਥਾਣੇ? ਲੋਕਾਂ ਦੇ ਹੜ ਵੱਧਦੇ ਜਾਣੇ। ਦੁਕਾਨਦਾਰ ਮੁਲਾਜ਼ਮ ਏਕਤਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ, ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਏਕਤਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ, ਕਿਸਾਨ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਏਕਤਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ, ਮੋਦੀ ਮੰਡਲੀ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ, ਕਿਸਾਨ ਸੰਘਰਸ਼ ਕਮੇਟੀ ਕੋਟਕਪੂਰਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ। ਹੱਕਾਂ ਲਈ ਜੋ ਲੜਦੇ ਲੋਕ, ਜੇਲਾਂ ਤੋਂ ਨਹੀਂ ਡਰਦੇ ਲੋਕ, ਹੱਕਾਂ ਲਈ ਜੋ ਲੜਦੇ ਲੋਕ। ਜੇਲਾਂ ਤੋਂ ਨਹੀਂ ਡਰਦੇ ਲੋਕ, ਵਾਹਿਗੁਰੂ। ਜੇਲਾਂ ਤੋਂ ਨਹੀਂ ਡਰਦੇ ਲੋਕ। ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ
ਅੱਜ ਦੀਆਂ ਸਮੇਂ ਦੀਆਂ ਇੱਕ ਮੁੱਖ ਮੰਗ ਹੈ ਵੀ ਸਾਡੇ ਮੈਨੀਫੈਸਟੋ ਬੜੇ ਵੱਡੇ ਵੱਡੇ ਲਿਖੇ ਜਾਂਦੇ ਆ। ਮੈਨੀਫੈਸਟੋ ਦੇ ਵਿੱਚ ਕਿਸਾਨ ਨੂੰ ਕਰਜ਼ਾ ਮੁਕਤ ਕਰਨ ਦੀ ਗੱਲ ਕੀਤੀ ਜਾਂਦੀ ਹੈ, ਇਸ ਧਰਤੀ ਨੂੰ ਸੋਨਾ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ। ਅੱਜ ਲੋੜ ਹੈ ਜਿਹੜੇ ਮੈਨੀਫੈਸਟੋ ਦੇ ਵਿੱਚ ਜੋ ਲਿਖਦੇ ਆ ਉਹ ਗੱਲ ਚੇਤਾ ਰੱਖਣ। ਅਸੀਂ ਕਿਰਤੀ ਲੋਕ ਹਾਂ, ਲੜਨਾ ਜਾਣਦੇ ਹਾਂ, ਲੜ ਕੇ ਆਪਣੀਆਂ ਹੱਕੀ ਮੰਗਾਂ ਲੈਣੀਆਂ ਜਾਣਦੇ ਹਾਂ। ਇਸ ਵਾਸਤੇ ਮੈਨੀਫੈਸਟੋ ਦੇ ਵਿੱਚ ਉਹ ਲਿਖਿਓ ਜਿਹੜਾ ਸਾਨੂੰ ਦੇ ਦੇਣਾ ਹੈ। ਜੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ, ਮੋਦੀ 56 ਇੰਚ ਦੀ ਛਾਤੀ ਵਾਲਾ ਵੱਡੀ ਦੁਨੀਆ ਦੇ ਸਾਹਮਣੇ ਹਸਤੀ ਰੱਖਣ ਵਾਲਾ ਝੁਕਦਾ ਹੋਇਆ ਵੇਖਿਆ ਗਿਆ। ਉਹ ਦਿਨ ਦੂਰ ਨਹੀਂ। ਬੋਲੇ ਸੋ ਨਿਹਾਲ। ਉਹ ਦਿਨ ਦੂਰ ਨਹੀਂ ਜਿਹੜੀ ਝੂਠ ਦੀ ਗੱਲ ਕਰਨ ਵਾਲੇ ਝੂਠ ਦੀਆਂ ਦੁਕਾਨਾਂ ਲੈ ਕੇ ਮੈਨੀਫੈਸਟੋ ਲਿਆ ਕੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੀਆਂ ਸਰਕਾਰਾਂ ਨੂੰ ਵੀ ਮੂੰਹ ਦੀ ਖਾਣੀ ਪਵੇਗੀ। ਇਸ ਵਾਸਤੇ ਜੋ ਵੀ ਮੈਨੀਫੈਸਟੋ ਵਿੱਚ ਲਿਖਿਆ ਜਾ ਰਿਹਾ ਹੈ ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇ, ਉਹਨਾਂ ਨੂੰ ਮੰਨਿਆ ਜਾਵੇ, ਉਹਨਾਂ ਦੇ ਉੱਤੇ ਜਿਹੜਾ ਹੈ ਉਹ ਪੂਰਾ ਰੁਝਾਨ ਦੇ ਸਹਿ ਦੁਨੀਆ ਨਾਲ ਕੀਤੇ ਹੋਏ ਕਾਨੂੰਨ ਮੁਤਾਬਕ ਪੂਰਾ ਲੱਥਾ ਜਾਵੇ। ਇਹ ਸਰਕਾਰਾਂ ਨੂੰ ਬੇਨਤੀ ਹੈ। ਤੇ ਮੈਂ ਅਖੀਰਲੇ ਸ਼ਬਦਾਂ ਦੇ ਵਿੱਚ ਸਾਰੀ ਹੀ ਆਈ ਹੋਈ ਸੰਗਤ ਦਾ ਧੰਨਵਾਦ ਕਰਦਾ ਹੋਇਆ, ਜਿੱਥੇ ਤੁਹਾਨੂੰ ਆਪਣੀਆਂ ਹੱਕਾਂ ਦੀ ਖਾਤਰ ਤੁਸੀਂ ਲੜਨ ਵਾਲੇ ਤੇ ਇੱਜ਼ਤ ਤੇ ਈਮਾਨ ਦੇ ਨਾਲ ਜਿਉਣ ਵਾਲੇ ਲੋਕ ਹੋ, ਤੁਹਾਨੂੰ ਸਿਜਦਾ ਕਰਦਾ ਹਾਂ। ਉੱਥੇ ਮੋਦੀ ਨੂੰ ਬੇਨਤੀ ਕਰਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਫੇਰ ਤੈਨੂੰ ਝੁਕਣਾ ਪਵੇਗਾ। ਇਸ ਵਾਸਤੇ ਇਹਨਾਂ ਦੀਆਂ ਮੰਗਾਂ, ਇਹਨਾਂ ਦੀਆਂ ਨਾਲ ਕੀਤੇ ਹੋਏ ਵਾਅਦੇ ਜਿਹੜੇ ਆ ਉਹ ਕਿਰਤੀ ਲੋਕਾਂ ਨਾਲ ਪੂਰੇ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਆਪਣਾ ਕਾਰਜ ਹੋ ਗਿਆ ਏ। ਜਿਵੇਂ ਆਏ ਆਪਣੇ ਆਪਣੇ ਸੰਦਾਂ ਦੇ ਹੌਸਲੇ ਦੇ ਨਾਲ ਇੱਥੋਂ ਵਾਪਸ ਜਾਣਾ ਹੈ। ਕਿਸੇ ਨੂੰ ਇੱਕ ਦੂਜੇ ਨਾਲ ਧੱਕਮ ਧੱਕੀ ਨਹੀਂ ਕਰਨਾ। ਇੰਨੀਆਂ ਬੇਨਤੀਆਂ ਆਇਆ ਵੀਰਾਂ ਦੇ ਹਰ ਇੱਕ ਪਿੰਡ ਦੇ। ਧੰਨਵਾਦ ਕਰਦਾ ਬਹੁਤ ਬਹੁਤ ਰਿਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।